गुरु साहिब जी आसा महला पंजवा। पुत्री तेरी बिद कर थाटी जान सत कर होएगी माटी। मूल समाला अचेत गवारा इतने को तुम क्या गर्भे रहा। तीन शेर का दिहाड़ी मेहमान अवर वस्त तुझ पाहे अमान। बिष्टा अस्त रकत परिटे चाम इसी ऊपर ले रखियो गुमान। एक वस्त बुझै ता होवै पाक बिन बुझै तू सदा नापाक। कहो नानक गुर को कुर्बान जिस ते पाइया हर पुरख सुजान। जिस ते पाइया हर पुरख सुजान। काट की पुत्री कहाँ करे बपरी खिलावन हारो जाने। जैसा भीख करावे बाजीगर ओ तैसो ही साज आने। ज़हरा ज़हूर हाजरा हजूर सर्व कला भरपूर समरथ गुरु लोक परलोक दे रखियक भगत वशल ज्ञान दे सागर गुरुआं भगतां भट्टां सिखां दी इलाही बाणी बाणी गुरु जोत रूप दे विच धन धन श्री गुरु ग्रंथ साहिब महाराज जी दी पावन पवित्र गोद हजूरी दे विच गुरु शब्द दे नाल जुड़ बैठी जुड़ रही साध संगत दी धनता दे जोड़ भागे हो। गुरु साहब ने मेहर कृपा दया कीती है। अमृत वेला सच नाम वड़ियाई विचार करमी आवे कपड़ा नदरी मुख द्वार। महाराज जी ने जीवन के अनमोल सवासां नूं सफल करन दा समा बख्शिया। गुरु साहब मेहर करन ये समा सचमुच ही सफल हो जाए और समा साडा ये जिहड़ा है ये लेखे विच लग जाए। गुरु साहब मेहर करन दया करन। बाणी गुरबाणी इस जग में चानन। गुरबाणी दा कीर्तन गुरबाणी दी कथा गुरबाणी दी विचार एक बहुत कीमती वस्तु जां एक कीमती खजाना है। गुरबाणी नूं पढ़ना गुरबाणी नूं सुनना गुरबाणी दा कीर्तन गुरबाणी दी विचार गुरबाणी दी कथा ये बहुत कीमती एक वस्तु है। और ये कीमती वस्तु जड़ी है महाराज जी कहंदे बिरले बिरले नूं मिलदी है। सुनन नूं ते सुनाउण नूं ये बख्शिश ये बिरले बिरले नूं मिलदी है। जिसनूं ये बख्शिश मिल जाती है जां मिली हुई है ਉਹ संसार दे विच एक उत्तम इंसान उत्तम पुरख
ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਉਹ ਜਾਣਿਆ ਜਾਂਦਾ। ਉਸ ਦਾ ਪੜ੍ਹਿਆ, ਉਸ ਦਾ ਸੁਣਿਆ ਉੱਤਮ ਇਸ਼ਨਾਨ ਕਰਕੇ ਜਾਣਿਆ ਜਾਂਦਾ। ਉਸ ਦਾ ਕਰਨਾ ਸਤਿਪੁਰਖ ਕਰਕੇ ਮੰਨਿਆ ਜਾਂਦਾ। ਸੋ ਇਸ ਲਈ ਜੋ ਗੁਰਬਾਣੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਜੁੜਦਾ ਹੈ, ਉਹ ਇਨਸਾਨ ਬਹੁਤ ਵੱਡਾ ਹੈ, ਬਹੁਤ ਜ਼ਿਆਦਾ ਧਨਤਾ ਦੇ ਯੋਗ ਹੈ। ਕਿਉਂਕਿ ਗੁਰਬਾਣੀ ਤੋਂ ਵੱਡੀ ਇਸ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਹੋਰ ਕੋਈ ਵਸਤੂ ਨਹੀਂ ਹੈ। ਗੁਰਬਾਣੀ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਹੋਰ ਕੋਈ ਮਿੱਠਾ ਰਸ ਨਹੀਂ ਹੈ। ਗੁਰਬਾਣੀ ਤੋਂ ਬਿਨਾਂ ਹੋਰ ਦੁਨੀਆ ਵਿੱਚ ਵੱਡੀ ਕੋਈ ਵੀ ਕਮਾਈ ਨਹੀਂ ਹੈ। ਗੁਰਬਾਣੀ ਤੋਂ ਬਿਨਾਂ ਹੋਰ ਦੁਨੀਆ ਦਾ ਕੋਈ ਧਨ ਪਦਾਰਥ ਨਹੀਂ ਹੈ ਇਹਦੇ ਵਰਗਾ। ਪਰ ਜੇਕਰ ਗੁਰਬਾਣੀ ਦੀ ਸਮਝ ਲੱਗੇ ਤਾਂ, ਜੇਕਰ ਗੁਰਬਾਣੀ ਸਾਨੂੰ ਪਿਆਰੀ ਲੱਗੇ ਤਾਂ ਇਹ ਚੀਜ਼ਾਂ ਹੁੰਦੀਆਂ ਹਨ। ਜੇ ਗੁਰਬਾਣੀ ਪਿਆਰੀ ਨਾ ਲੱਗੇ, ਜੇ ਗੁਰਬਾਣੀ ਮਿੱਠੀ ਨਾ ਲੱਗੇ, ਨਾ ਫਿਰ ਇਹ ਸਾਨੂੰ ਧਨ ਦੇ ਰੂਪ ਦੇ ਵਿੱਚ, ਨਾ ਉੱਤਮ ਰੂਪ ਦੇ ਵਿੱਚ, ਨਾ ਪਰਮਾਰਥ ਰੂਪ ਦੇ ਵਿੱਚ, ਨਾ ਸਾਡਾ ਹੋਰ ਕਿਸੇ ਰੂਪ ਦੇ ਵਿੱਚ ਉਧਾਰ ਕਰ ਸਕਦੀ ਹੈ। ਬੜੀ ਵਾਰ ਅਸੀਂ ਸਰਵਣ ਕਰ ਚੁੱਕੇ ਹਾਂ, ਜਦੋਂ ਤੱਕ ਕੋਈ ਵੀ ਦਵਾ ਜਿਹੜੀ ਹੈ, ਮਲਮ ਜਿਹੜੀ ਹੈ, ਦਵਾ ਖਾਧੀ ਨਾ ਜਾਏ, ਮਲਮ ਜ਼ਖਮ 'ਤੇ ਲਾਈ ਨਾ ਜਾਏ, ਉਦੋਂ ਤੱਕ ਰੋਗ ਨਹੀਂ ਜਾਂਦਾ, ਉਦੋਂ ਤੱਕ ਚਮੜੀ ਦੇ ਉੱਪਰ ਜੋ ਵੀ ਜ਼ਖਮ ਹੁੰਦਾ ਹੈ ਉਹ ਸਹੀ ਨਹੀਂ ਹੁੰਦਾ। ਦਵਾਈ ਛਕਣੀ ਪੈਂਦੀ, ਖਾਣੀ ਪੈਂਦੀ ਹੈ ਔਰ ਜ਼ਖਮ 'ਤੇ ਲਾਣੀ ਪੈਂਦੀ ਹੈ। ਔਰ ਉਹ ਚੀਜ਼ ਫਿਰ ਹੌਲੀ ਹੌਲੀ, ਜੇ ਜ਼ਖਮ ਡੂੰਘਾ ਹੋਵੇ ਤਾਂ ਉਸ ਨੂੰ ਕਈ ਮਹੀਨੇ ਲੱਗ ਜਾਂਦੇ ਨੇ, ਸਾਲ ਵੀ ਲੱਗ ਜਾਂਦੇ ਨੇ। ਉਹ ਹੌਲੀ 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 ਉਹ ਹੌਲੀ ਹੌਲੀ ਭਰਦਾ ਹੈ, ਹੌਲੀ ਹੌਲੀ ਉਸ ਨੂੰ ਆਰਾਮ ਆਉਂਦਾ ਹੈ। ਮਹਾਰਾਜ ਜੀ ਕਹਿੰਦੇ ਮਨੁੱਖ ਦੇ ਅੰਦਰ ਜਿਹੜੇ ਡੂੰਘੇ ਫੱਟ ਲੱਗੇ ਹੋਏ ਨੇ ਮਨ ਨੂੰ, ਜਦੋਂ ਇਸ ਦੀ ਜ਼ਿੰਦਗੀ ਵਿੱਚ ਵੀ ਬਾਣੀ ਆਏਗੀ, ਹੌਲੀ ਹੌਲੀ ਰੰਗ ਲਾਗਤ 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 ਹੈ। ਇਹ ਵੀ ਹੌਲੀ ਹੌਲੀ ਸਾਫ਼ ਹੋਵੇਗਾ। ਮਾਲਕ ਦੀ ਮਰਜ਼ੀ ਹੈ, ਭਾਵੇਂ ਉਹ ਇੱਕ ਸਕਿੰਟ ਦੇ ਵਿੱਚ ਸਾਫ਼ ਕਰ ਦੇਵੇ, ਇੱਕ ਸਕਿੰਟ ਦੇ ਵਿੱਚ ਬਹੁਤ ਵਧੀਆ ਬਣਾ ਦੇਵੇ, ਪਰ ਇਹ ਵੀ ਉਸ ਦੀ ਮਰਜ਼ੀ ਹੈ ਵੀ ਸਮਾਂ ਵੀ ਲੱਗ ਸਕਦਾ ਹੈ, ਸਮਾਂ ਵੀ ਲੱਗ ਸਕਦਾ। ਕਾਹਦੇ ਲਈ? ਜੋ ਮਨੁੱਖ ਦੇ ਅੰਦਰ ਜ਼ਖਮ ਹੈ ਉਹਨਾਂ ਨੂੰ ਭਰਨ ਦੇ ਲਈ, ਉਹਨਾਂ 'ਤੇ ਮਲਮ ਲਾਉਣ ਦੇ ਲਈ। ਕਿਉਂ ਸਮਾਂ ਜ਼ਿਆਦਾ ਲੱਗਦਾ? ਡਾਕਟਰ ਸਾਹਿਬਾਨ ਦਵਾਈ ਦਿੰਦੇ ਨੇ ਵੀ ਇੰਨੇ ਸਾਲ ਦਾ ਕੋਰਸ ਹੈ। ਜਿਸ ਦੀ ਕੋਈ ਜ਼ਿਆਦਾ ਖਤਰਨਾਕ ਬਿਮਾਰੀ ਹੋਵੇ, ਡਾਕਟਰ ਉਸ ਨੂੰ ਕੋਰਸ ਲਿਖ ਕੇ ਦਿੰਦੇ ਨੇ, 2 4 5 10 20 ਸਾਲ ਦਾ ਕੋਰਸ, ਉਹ ਵਿਦਆਊਟ ਨਾਗਾ। ਉਸ ਕੋਰਸ ਨੂੰ ਕਰਨਾ ਪੈਂਦਾ। ਜੇ ਨਾਗਾ ਪੈ ਜਾਏ ਫਿਰ ਦਵਾਈ ਦੁਬਾਰਾ ਸ਼ੁਰੂ ਕਰਨੀ ਪੈਂਦੀ ਹੈ, ਉਹਦਾ ਆਰਾਮ ਆਉਣਾ ਬੰਦ ਹੋ ਜਾਂਦਾ। ਅਸੀਂ ਉਸ ਤਰ੍ਹਾਂ ਕਰਦੇ ਹਾਂ, ਕਿਸੇ ਨੂੰ ਸਾਲ ਦਾ ਦੱਸਿਆ ਹੋਵੇ ਉਹ ਸਾਲ ਭਰ ਦਵਾਈ ਖਾਂਦਾ ਵਿਦਆਊਟ ਨਾਗਾ, ਔਖਾ ਹੋ ਕੇ ਵੀ। ਕਿਸੇ ਨੂੰ 2 4 5 ਸਾਲ ਦਾ ਇਹ ਦੱਸਿਆ ਹੋਵੇ ਤੇ ਉਹ 4 5 ਸਾਲ ਲਗਾਤਾਰ ਖਾਂਦਾ ਵਿਦਆਊਟ ਨਾਗਾ, ਤੇ ਫਿਰ ਉਸ ਨੂੰ ਆਸ ਹੁੰਦੀ ਹੈ ਵੀ ਠੀਕ ਹੋ ਜਾਵਾਂਗੇ। ਗੁਰਬਾਣੀ ਨੂੰ ਅਸੀਂ ਬੜੀ ਵਾਰ ਸਰਵਣ ਕੀਤਾ। ਗੁਰਬਾਣੀ ਦਵਾਈ ਵੀ ਹੈ, ਗੁਰਬਾਣੀ ਔਸ਼ਧੀ ਹੈ, ਗੁਰਬਾਣੀ ਸੁੱਖਾਂ ਦਾ ਸਾਗਰ ਹੈ। ਪਰ ਜਦੋਂ ਅਸੀਂ ਇਸ ਦਵਾਈ ਨੂੰ ਰੈਗੂਲਰ ਲੈਣਾ ਬੰਦ ਕਰ ਦਿੰਦੇ ਹਾਂ, ਥੋੜ੍ਹੇ ਦਿਨ ਖਾਧੀ, ਮਤਲਬ ਥੋੜ੍ਹੇ ਦਿਨ ਗੁਰੂ ਦੇ ਨਾਲ ਪਿਆਰ ਕੀਤਾ, ਥੋੜ੍ਹੇ ਦਿਨ ਭਜਨ ਸਿਮਰਨ ਵੀ ਕੀਤਾ, ਕਿਸੇ ਨੂੰ ਦੇਖ ਕੇ ਮਾਲਾ ਵੀ ਫੜ ਲਈ, ਕਿਸੇ ਨੂੰ ਦੇਖ ਕੇ ਗੁਰੂ ਘਰ ਵੀ ਆਉਣਾ ਸ਼ੁਰੂ ਕਰ ਦਿੱਤਾ, ਫਿਰ ਵਿੱਚ ਬ੍ਰੇਕ ਲਾ ਦਿੱਤੀ ਲੰਬੀ, ਫਿਰ ਮਾੜਾ ਜਿਹਾ ਫੁਰਨਾ ਬਣਿਆ, ਫਿਰ ਤੁਰ ਪਿਆ, ਫਿਰ ਕਿਧਰੇ ਮਨ ਨੇ ਕਿਹਾ ਵੀ ਛੱਡ ਪਰਾਂ, ਫਿਰ ਰਹਿ ਗਿਆ।
कदी उठिया कदी बैठिया, कदी आया कदी गया, नहीं आया, कदी कुछ कदी कुछ। ਉਹ ਜਿਹੜਾ ਅੰਦਰਲਾ ਜ਼ਖਮ ਸੀ, ਜਿਸ 'ਤੇ ਮਲਮ ਲੱਗਦੀ ਸੀ, ਜਿਸ ਨੂੰ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜ਼ਖਮ, ਨਿੰਦਿਆ ਚੁਗਲੀ ਦਵੈਸ਼ ਭਰਮ ਕਲਪਨਾ ਰੂਪੀ ਜਿਹੜੇ ਸੀ ਇਹ ਜ਼ਖਮ, ਜਦੋਂ ਇਹ ਠੀਕ ਹੋਣ ਲੱਗਦੇ ਸੀ, ਇਸ ਨੇ ਉਹ ਮਲਮ ਲਾਉਣੀ ਛੱਡ ਦਿੱਤੀ। ਇਹ ਫਿਰ ਉਸੇ ਤਰ੍ਹਾਂ ਪੈਦਾ ਹੋ ਗਿਆ। ਧਿਆਨ ਦੇਣਾ, ਉਸੇ ਤਰ੍ਹਾਂ ਪੈਦਾ ਹੋ ਗਏ। ਦੁੱਖ ਜਾ ਰਿਹਾ ਸੀ, ਦੁੱਖ ਸਰੀਰ ਦੇ ਵਿੱਚੋਂ ਨਿਕਲ ਰਿਹਾ ਸੀ, ਬਾਣੀ ਦੇ ਨਾਲ, ਸੁਣਨ ਦੇ ਨਾਲ, ਸੇਵਾ ਕਰਨ ਦੇ ਨਾਲ। ਇਸ ਨੂੰ ਲੱਗਿਆ ਵੀ ਇਹ ਤਾਂ ਹੁਣ ਸਹੀ ਹੋ ਗਿਆ, ਹੁਣ ਛੱਡ ਦਿੰਦੇ ਹਾਂ। ਜਿਵੇਂ ਮਰਨ ਤੱਕ ਰੋਟੀ ਨਹੀਂ ਛੱਡੀ ਜਾ ਸਕਦੀ, ਇਸੇ ਤਰ੍ਹਾਂ ਮਰਨ ਤੱਕ ਬਾਣੀ ਵੀ ਨਹੀਂ ਛੱਡੀ ਜਾ ਸਕਦੀ। ਜਿਹੜਾ ਛੱਡੇਗਾ ਉਸ ਨੂੰ ਆਪਣੇ ਆਪ ਪਤਾ ਲੱਗ ਜਾਏਗਾ। ਦੁਖੀ ਦੁਖੀ ਰਹੇਗਾ, ਉਹ ਪਰੇਸ਼ਾਨ ਪਰੇਸ਼ਾਨ ਰਹੇਗਾ, लड़ी जाएगा, झगड़ी जाएगा। मतलब नाम तो बिना उसमें शांति नहीं आवेगी, तो उसका जीवन उस तरह ही रह जाएगा, उस तरह ही रोगी वो बनया रहेगा। सो इसलिए गुरु साहब की सिक्ख्या सानू ये है भी नाम की गुरबाणी जी जी दवाई है, ये लगातार खानी है, लगातार सारी जिंदगी खानी है। कुछ रोग जोड़े ने थोड़ा चिर दवाई के नाल खाण नाल ठीक हो जाते हैं, कोई रोग 2-3 दिन दे दवाई नाल ठीक हो जाते हैं। कई रोग ऐसे होंगे ने जिस दे लई सारी जिंदगी डॉक्टर साहबान कहते सारी जिंदगी दवाई खानी पएगी। बाणी नूं आख्या सर्ब रोग का औखद नाम, जदों तक साह हैं उदों तक ये दवाई जड़ी है खाते रहना। जदों साह मुक गए, इंसान के शरीर को दफना दिता या साड़ दिता, फिर इस दवाई ने काम करना। वो जिहड़ा अंदर सूखम वो वस्तु है, चीज़ है, कोई उसनों आत्मा कह दिंदा, कोई कुछ कह दिंदा, फिर उसनों इस बाणी ने, इस शक्ति ने, इस ज्ञान ने अगे लैके जाना, अगे लैके जाना। असी कहांगे भी शरीर मिट जाता है, शरीर मिट जाता है तो बाणी अगे किदां लैके जाती है। उदाहरण लैने बड़ी सौखी, जदों कोई मर ही गया बंदा, शरीर उहदा मिट गया, सब कुछ तो तत्त जड़े सी अपने आप में मिल गए, तो फिर ये पढ़ी हुई बाणी अगे किदां लैके जाएगी। किसी ने कोई डिग्री की होवे, पूरा उसनों तजर्बा होवे, उसकी डिग्री वाला कागज सड़ जाए या गवाच जाए, कि वो बंदा फेल हो गया, कि वो जी डिग्री वाली विद्या जी है वो कम नहीं आएगी। जो उसने प्रैक्टिकल किया है, MBBS की है या सर्जन है, उसने जी प्रैक्टिस की है, भावें उस को कागज ना भी होवे, जे ते लिखा भी इनू डिग्री मिली है, भावें वो गवाच जाए, सड़ जाए, पर जी मेहनत द्वारा उसने अंदर तालीम, ज्ञान, प्रैक्टिस, प्रयोग हासिल किए ने, वो नहीं जाते। और जिथे मर्जी जाएगा वो कहेगा मेरे को तुसी करके दिखा लो, मैं कर सकता। जो वो करेगा तो देखने वाला कहेगा भी तू हुण आ जा, प्रैक्टिकल देखेगा। इस करके कई बार इंजीनियर लोग भी कई बार ऐसिया मशीनां ठीक नहीं कर सकते, तो जिन्होंने इंजीनियरिंग की नहीं होंगी उन्होंने तजर्बा होना बड़ा होंदा, मशीन सेकंडां विच मिनटां विच ठीक कर देंदे ने। इस तरह होंदा, मतलब तजर्बा जिहड़ा वो सारी जिंदगी बंदे दे नाल रहिंदा गुण बन के। जिहड़ी गुरु साहब की गुरबाणी है ये भी सदीवी है, जदों की सृष्टि बनी है उदों की है। शब्दे धरती शब्दे आकाश, शब्दे शब्द भयो प्रकाश। असी भी उदों दे हाँ, बाणी भी उदों दी है,
शब्द उदू का ही है। ये वक्री गल है, वखरा वखरा रूप कदों कदों किस तरह धारण किया गुरु साहिबान ने, किस तरह ये सानू दिता। इस करके गुरबाणी दी बारे असी पहली बेनती की, गुरबाणी चानन है, गुरबाणी औषधि है, गुरबाणी जड़ी है जीवन देने वाली है, गुरबाणी जड़ी है जीवन बनाने वाली है। इस करके महाराज जी कहते गावो सुनो पढ़ो नित भाई, गुरपुरे तू रख्या। इस बाणी नू गाना भी है तो सुनना भी है। पढ़ो गावो सुनो पढ़ो नित भाई, नित पढ़ना है। जिवें नित ब्रेकफास्ट करते हैं सोहना सोहना, घरदियां नूं ऑर्डर करके आ बनाओ वो बनाओ, लंच करते हैं सोहना, डिनर करते हैं वधिया, दोस्तां मित्रां दे नाल घुम के पार्टियां ते जाके खुशी दे नाल टप के नच के। कदी इन्नी खुशी दे नाल बंदे ने सेवा सिमरन भी कीता। साडा सवाल रहिंदा भी साडे दुख साडे कलेश साडियां मनोकामना पूरीआं नहीं हुंदियां। जिवें खुशी दे नाल किसी ने भंगड़ा पाया, जिवें खुशी दे नाल रोटी खाने पदार्थ खाधे, जिवें कोई खुशी दे नाल घुम्या फिरिया, जिवें खुशी दे नाल लड्डू वंडे, कि इन्नी खुशी दे नाल कदी इसने गुरु दी बाणी नूं भी पढ़िया। इन्नी खुशी दे नाल कि इसने गुरु ग्रंथ साहब महाराज जी नूं कदी देखिया पढ़िया सुनिया। जे पढ़िया सुनिया देखिया तो बहुत चंगा, जे नहीं इस तरह किया तो इसनों इस तरह करना चाहिए। सो आओ गुरु अर्जन देव महाराज जी का शब्द की है विचार करते हैं। गुरु अर्जन देव जी महाराज फरमान करते हैं, कहते पुत्री तेरी बिद कर थाटी। पुत्री का मतलब पुतली, पुतली का मतलब शरीर। पातशाह फरमान करते ने तेरा शरीर जिहड़ा है बहुत ही ज़्यादा सियाणप दे नाल बनाया है। तेरा शरीर जिहड़ा है बड़ा सोच समझ के उस मालक ने बनाया। तेरा शरीर महाराज जी कहते बहुत चिर बाद बनाया। तेरा शरीर बहुत रब ने कीमती बनाया। पुत्री तेरी, शरीर तेरा, पुत्री मतलब शरीर, पुत्री तेरी विद कर तरीके नाल सियाणप नाल थाटी बनाई। तेरा शरीर उस परमात्मा ने बहुत ही वधिया ढंग या तरीके नाल बनाया। पर महाराज जी कहते ये सच मन लई, जान सत कर होएगी माटी। ये सत करके मनी, ये जिहड़ा तेरा शरीर बहुत चिर बाद बहुत सोहना बड़ा ही सोच समझ के बनाया, एक दिन मिट्टी होना है, एक दिन खाक होना, एक मुठ मिट्टी की बन जानी है, स्वाह बननी है। कबीर माटी के हम पुत्रे मानस राख्यो नौ। भगत कबीर जी भी कहते हैं भी असी मिट्टी दे बंदे हाँ। माटी ये कि अनेक भांत कर साजी साजन हारे। असी सारे ही मिट्टी दे पुतले हाँ। ये वक्री गल है, सानू तुरन फिरन दे लई ला दिता। बाणी विच लिखिया काठ की पुत्री कहाँ करे बपरी खिलावन हारो जन। जिमें कोई खिडौना बनाया जाता उन्हें चाबी दे दी जाती, वो सैल बैटरी पा दी जाती है तो वह चलते हैं। जब सैल बैटरी खत्म हो जाती चाबी मुक जाती है, वह खड़ जाते हैं। महाराज जी कहते इस तरह मिट्टी का शरीर है, बहुत चिर बाद रब ने इसनों बना के उसने भी इसनों एक जीवन रूपी चाबी दे दी है भी इन्ने साल इन्हें चलना है। हर एक नूं चाबी इस तरह की दी, इसने इन्ने साल चलना है, इसने इन्ने साल चलना है।
उन्ने साल चलन तो बाद उसने खड़ जाना, रुक जाना, बैटरी डेड हो जानी है, सैल मुक जाने ने, चाबी मुक जानी है, उसने खड़ जाना। जिवें पुराने टाइम पीसा नूं चाबी देंदे हुंदे सी, जे सवेरे उठ के मुड़ चाबी ना दिती तो उसने खड़ जाना है। तो शरीर का भी इस तरह ही मालक ने लिखिया है भी जान सत कर होएगी माटी, ये सच करके जानी ये शरीर तेरा एक दिन मिट्टी बनना है, मिट्टी। मूल संभाला हो अचेत गवारा। सो इस करके महाराज जी कहते हे मूर्ख, गवार का मतलब मूर्ख, मूल संभालो अचेत गवारा। पातशाह जी फरमान करते ने जिस तो तू पैदा होया है उसनों याद रख, जिस दी तू अंश है, जिस दी तू अंश बंश है उसनों याद रखी दे। तेनों पता होना चाहिए तू किहदी अंश है, तू किहदा बच्चा है। सो इस करके मूल संभालो अचेत गवारा। अपने हिरदे दे विच उस मूल नूं, उस परमात्मा नूं, उस मुढ़ नूं, उस अंश नूं, जिहड़ी तू अंश है, जिस दे विचों आई है, उसनूं याद रख। इतने को तुम क्या गर्वे रहाओ, तीन शेर का दिहाड़ी मेहमान। गुरु साहब जी महाराज जी कहते हैं फिर इतने को तुम क्या गर्वे, इन्ने क शरीर का तू क्यों मान करदा। 3.5 हाथ सीमा तेरी, 3.5 हाथ तेरे हिस्से जमीन आउंदी है जदों तेनों लटाउणा। मुर्दे नूं जदों लटाया जाता है बाणी विच लिखिया जाता 3.5 हाथ अपने ओहदे, जे कोई वड्डा तो वह वड्डा हाथ हो गया, छोटा तो छोटा हाथ हो गया। उन्होंने इन्नी क महाराज जी कहते जमीन आउंदी है, उन्नी क जमीन चाहे कोई दफन करता चाहे कोई जलाउंदा। ते गुरु साहब जी कहते इतने को तुम क्या गर्बे, इस शरीर दी, इस शरीर का की मान करें या की मान करना। जिहड़ा शरीर जिहड़ा तेरा इनू जदों लटाया जाना 3.5 हाथ, फिर इसने सुंगड़ जाना। बाणी च लिखिਆ जिन्हों दफनाया जाता है उन्होंने भी कीड़े मकौड़े खा के मिट्टी बना देंदे ने। इहदे बारे भी बाणी विच लिखिਆ कीड़ा लड़ियो मास। भगत कबीर जी की बाणी च लिखिਆ इट सराहने भोए सवन। कबीर इट सराहने जदों जिहड़े दबदे ना उन्हां बारे भी लिखिਆ, जिहड़े दबदे ना मुर्दे ने उन्हां दे सराहने ते इट जी रख देंदी, थोड़ा उच्चा कर देता। इट सराहने भोए, भोए मतलब भुंजे, भोए सवन, सवन का मतलब लटाया जाता है। इट सराहने भोए सवन कीड़ा लड़ियो मास। उहदे मास नूं कीड़े जिहड़े ने उस मुर्दे नूं खा जांदे ने, उहदियां हड्डियां रह जांदियां ने। ते कई युग कहंदे लंघ जांदे ने, उदां ही प्यार रहिंदा है, उदां ही प्यार रहिंदा है। सो इत्थे भी पंजवें पातशाह जी कहंदे 3 शेर का दिहाड़ी मेहमान। जिवें आप सरवण करते हो ना, कई गीत भी बने हुए ने 4 दिन की जिंदड़ी है प्राहुणी तू। इत्थे लिखिया 3 शेर का दिहाड़ी मेहमान। शेर का मतलब हुंदा जिहड़ी असीं तोल के कोई चीज़ है जिद्दां किलो 2 किलो 4 किलो 5 किलो, तो पहला ज़्यादा 1 शेर 2 शेर 3 शेर करके तोलिया जाता सी। महाराज जी कहते तू इदां दा मेहमान है जिन्हों कुछ शेर आटा जिहड़ा है रोटी जिहड़ी है खाण नूं मिलदी है। 3 शेर का दिहाड़ी मेहमान अवर वस्त तुझ पाहे अमान।
ਤੇ ਪਾਸ਼ਾ ਕਹਿੰਦੇ ਤੇਰੇ ਕੋਲ ਜਿਹੜੀ ਵੀ ਚੀਜ਼ ਪਈ ਹੈ ਉਹ ਅਮਾਨਤ ਹੈ, ਅਮਾਨਤ। ਬਾਕੀ ਚੀਜ਼ਾਂ ਦੀ ਗੱਲ ਬਾਅਦ ਵਿੱਚ ਕਰਦੇ ਹਾਂ, ਪਹਿਲਾਂ ਸਰੀਰ ਦੀ ਗੱਲ ਹੈ। ਸਰੀਰ ਜਿਹੜੀ ਆ ਉਹ ਅਮਾਨਤ ਹੈ, ਕਿਉਂਕਿ ਸਰੀਰ ਸਾਡਾ ਨਹੀਂ, ਕਿਸੇ ਨੇ ਸਾਨੂੰ ਸਰੀਰ ਦਿੱਤਾ। ਵੈਸੇ ਅਸੀਂ ਕਹੀਦਾ ਰੱਬ ਨੇ ਦਿੱਤਾ, ਉੱਦਾਂ ਅਸੀਂ ਮਾਂ ਬਾਪ ਰਾਹੀਂ ਆਏ ਹਾਂ। ਮਾਂ ਬਾਪ ਰਾਹੀਂ ਆਏ ਹਾਂ ਤੇ ਮੁੱਢ ਸਾਡਾ ਜਿਹੜਾ ਮੂਲ ਸਾਡਾ ਉਹ ਹੈ ਪਰਮ ਪਿਤਾ ਪ੍ਰਮਾਤਮਾ। ਉਹ ਮੁੱਢ ਸਾਡਾ, ਮੂਲ ਸਾਡਾ ਹੈ ਉਹ ਪਰਮ ਪਿਤਾ ਪ੍ਰਮਾਤਮਾ। ਇਸ ਕਰਕੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਆਵਰ ਵਸ ਤੁਝ ਮਾਹੇ ਅਮਾਨ। ਜਿੰਨੀਆਂ ਵੀ ਚੀਜ਼ਾਂ ਤੇਰੇ ਪਾਸ ਹਨ, ਚਾਹੇ ਤੇਰਾ ਸਰੀਰ ਹੈ, ਚਲੋ ਪਹਿਲਾਂ ਅਸੀਂ ਸਰੀਰ ਦੀ ਗੱਲ ਕਰਦੇ ਹਾਂ, ਬਾਕੀ ਚੀਜ਼ਾਂ ਤੇ ਜਿਹੜੀਆਂ ਨੇ ਉਹ ਤੇ ਕਿਸੇ ਕੋਲ ਅੱਜ ਹੈਨ ਕੱਲ ਨਹੀਂ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਤੂੰ ਅਮਾਨਤ ਹੈ। ਜਾਂ ਮੈਂ ਉਦਾਹਰਨ ਦਿੰਦਾ ਉਹਨਾਂ ਸੌਖੀ ਜਿਹੀ, ਸੌਖੀਆਂ ਉਦਾਹਰਨਾਂ ਦੋ ਲੈਂਦੇ ਹਾਂ। ਜਿਵੇਂ ਸਾਡੀ ਇੱਕ ਬੱਚੀ ਹੈ, ਸਾਡੀ ਧੀ ਹੈ, ਮੇਰੀ ਤੁਹਾਡੀ ਸਾਰਿਆਂ ਦੀ। ਉਹ ਆਪਣਾ ਪੇਕਾ ਛੱਡ ਕੇ ਸਹੁਰੇ ਘਰ ਜਾਂਦੀ ਹੈ, ਔਰ ਉਸ ਨੂੰ ਸਾਰੀ ਜ਼ਿੰਦਗੀ ਬਹੁਤ ਚੰਗੀ ਤਰ੍ਹਾਂ ਰਹਿਣਾ ਪੈਂਦਾ। ਪਹਿਲਾਂ ਪੇਕੇ ਘਰ ਸਹੁਰਿਆਂ ਦੀ ਇੱਜ਼ਤ ਹੁੰਦੀ ਹੈ ਨਾ, ਅੱਗੇ ਅਮਾਨਤ ਹੁੰਦੀ ਹੈ, ਬੇਦਾਗ ਰਹਿਣਾ ਪੈਂਦਾ ਹੈ। ਜਦ ਸਹੁਰੇ ਘਰ ਜਾਂਦੀ ਹੈ ਉੱਥੇ ਵੀ ਬੇਦਾਗ ਰਹਿਣਾ ਪੈਂਦਾ, ਵੀ ਪੇਕਿਆਂ ਨੂੰ ਕੋਈ ਦਾਗ ਨਾ ਲੱਗੇ। ਦੋਨੇ ਪਾਸੇ ਅਮਾਨਤ। ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਕਿਸੇ ਨੇ ਕਿਸੇ ਨੂੰ ਕਿਹਾ ਵੀ ਆਹ ਮੇਰੀ ਚੀਜ਼ ਹੈ, ਇਹ ਤੂੰ ਰੱਖ ਲੈ, ਫਿਰ ਮੈਂ ਤੇਰੇ ਕੋਲੋਂ ਵਾਪਸ ਲੈ ਲਵਾਂਗਾ। ਤੇ ਅਸੀਂ ਫਿਰ ਉਹਨੂੰ ਬੜੀ ਸਾਂਭ ਰੱਖਦੇ ਹਾਂ ਵੀ ਇਹ ਚੀਜ਼ ਅਮਾਨਤ ਹੈ, ਇਸ ਨੂੰ ਮੈਂ ਸਾਂਭ ਕੇ ਰੱਖਣਾ, ਇਸ ਨੂੰ ਖਰਾਬ ਨਹੀਂ ਕਰਨਾ। ਤੇ ਜੇ ਅਮਾਨਤ ਨੂੰ ਖਰਾਬ ਕੀਤਾ ਜਾਏ ਤੇ ਜਿਸ ਦੀ ਹੁੰਦੀ ਹੈ ਉਹ ਨਾਰਾਜ਼ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਸਰੀਰ, ਜਿੰਦ, ਇਹ ਤੇਰੀ ਅਮਾਨਤ ਹੈ। ਜੇ ਇਹ ਅਮਾਨਤ ਨੂੰ ਤੂੰ ਖਰਾਬ ਕੀਤਾ, ਕਿਉਂਕਿ ਰੱਬ ਨੇ ਜਦੋਂ ਤੈਨੂੰ ਭੇਜਿਆ ਸੀ ਆਪਣੇ ਵਰਗਾ ਸੋਹਣਾ ਬਣਾ ਕੇ ਭੇਜਿਆ ਸੀ। ਇਸ ਮਨੁੱਖ ਨੇ ਰੱਬ ਦੇ ਦਿੱਤੀ ਹੋਈ ਇਹ ਸਰੀਰ ਰੂਪੀ ਅਮਾਨਤ ਨੂੰ ਇੰਨਾ ਝੰਜੋੜਿਆ, ਇੰਨਾ ਖਰਾਬ ਕੀਤਾ। ਕੰਚਨ ਵਰਗੀ ਕਾਇਆ ਨੂੰ ਮਹਾਰਾਜ ਜੀ ਕਹਿੰਦੇ, ਬਾਣੀ ਵਿੱਚ ਲਿਖਿਆ, ਕਹਿੰਦੇ ਇਹਨੇ ਰਸਾਂ ਤੇ ਸਵਾਦਾਂ ਨਾਲ ਗਰਕ ਕਰ ਦਿੱਤਾ। ਰੱਬ ਦੀ ਦਿੱਤੀ ਅਮਾਨਤ ਨੂੰ ਮਨੁੱਖ ਨੇ, ਬਾਣੀ ਵਿੱਚ ਲਿਖਿਆ, ਪੰਕਤੀ ਪੜ੍ਹਦਾ ਮੈਂ, ਰੱਬ ਦੀ ਦਿੱਤੀ ਹੋਈ ਅਮਾਨਤ ਨੂੰ ਮਨੁੱਖੀ ਜਾਮਾ ਧਾਰ ਕੇ ਇਸ ਮੂਰਖ ਨੇ, ਬਾਣੀ ਵਿੱਚ ਲਿਖਿਆ, ਇਸ ਮੂਰਖ ਨੇ ਕਹਿੰਦੇ ਇਸ ਨੂੰ ਖਰਾਬ ਕਰ ਦਿੱਤਾ। ਕਿਵੇਂ ਕੀਤਾ? ਬਾਣੀ ਸੁਣੋ, ਬਾਣੀ ਵਿੱਚ ਲਿਖਿਆ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ, ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ। ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀ ਤਵਾਚੀ ਹੈ। ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੇ ਪੌਦਾ ਹੀ। ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਅੰਨੇ, ਅੰਨੇ ਨੇ ਮਹਾਰਾਜ ਜੀ ਕਹਿੰਦੇ ਮਨ ਅੰਧੇ ਜਨਮ ਗਵਾਇਆ। ਅੰਨੇ ਬੰਦੇ ਨੂੰ ਰਸਤਾ ਨਹੀਂ ਦਿਸਦਾ। ਜਿਹਨੂੰ ਰਸਤਾ ਹੀ ਨਹੀਂ ਦੀਦਾ ਉਹਦੀ ਮੰਜ਼ਿਲ ਕਿਵੇਂ ਹੋਏਗੀ ਪ੍ਰਾਪਤ ਉਸ ਨੂੰ। ਜਿਹੜਾ ਦੇਖ ਹੀ ਨਹੀਂ ਸਕਦਾ ਉਹ ਘਰ ਆਪਣੇ ਪਹੁੰਚ ਹੀ ਨਹੀਂ ਸਕਦਾ। ਜਿਸ ਨੂੰ ਦਿਸਦਾ ਨਹੀਂ ਉਹ ਦੂਸਰੇ ਸ਼ਹਿਰ ਦੇ ਵਿੱਚ ਜਾਏਗਾ ਨਹੀਂ, ਕਦੀ ਵੀ ਨਹੀਂ ਜਾ ਸਕਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਮਾਨਤ ਨੂੰ ਖਰਾਬ ਕਰ ਦਿੱਤਾ। ਮਨ ਅੰਧੇ ਜਨਮ ਗਵਾਇਆ। ਸਤਿਕਾਰਯੋਗ ਸੁਖਦੇਵ ਸਿੰਘ ਜੀ ਸੁਪੁੱਤਰ ਭਗਵਾਨ ਸਿੰਘ ਜੀ ਵੱਲੋਂ 500 ਦੌੜਾ ਸ਼ਮਾਈ ਦੀ ਸੇਵਾ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਤੰਦਰੁਸਤੀਆਂ ਨਾਮਦਾਨ ਬਖਸ਼ਣ, ਚੜ੍ਹਦੀਆਂ ਕਲਾਂ ਬਖਸ਼ਣ, ਗੁਰਸਿੱਖੀ ਜੀਵਨ ਬੱਚਿਆਂ ਦੇ ਕਾਰਜ ਰਾਸ ਕਰਨ, ਜੋ ਵੀ ਭਾਵਨਾ ਪੂਰੀ ਕਰਨ। ਹਾਂਜੀ, ਗੁਰੂ ਸਾਹਿਬ ਕੀ ਕਹਿ ਰਹੇ ਨੇ? ਅਮਾਨਤ। ਇਸ ਕਰਕੇ ਸਰੀਰ ਨੂੰ ਇੱਥੇ ਦੱਸਿਆ ਹੋਇਆ ਅਮਾਨਤ ਹੈ।
इस अमानत नूं किस तरह सामभना है, हुण महाराज जी अगे दस रहे ने। देखो शरीर नूं पहला महाराज जी ने सानू दस दिता तेरा शरीर इंज दा है। अगे हुण की कर रहे ने, हुण साडे ना हंकार दा पर्दा लगे चक्कण। जिन्ने भी अपने आप नूं समझदे ना मैं सोहना, मैं सुंदर, मेरी चमड़ी बड़ी साफ क्लीन, उन्हां दे लई आ गई पंक्ति। मैं तुसी सारे आ गए दे विच। कहंदे बिष्टा, बिष्टा कहंदे ने गंद नूं। असत, असत कहंदे ने असत हड्डियां, कहंदे ने उस दे असत तारन गए ने। इत्थे लिखिआ पंज पाठ, कहंदे बिष्टा असत रकत, रकत कहंदे लहू नूं, ब्लड नूं। परेटे, परेटे मतलब लपेटे चाम, चम मतलब चमड़ी। जे साडी चमड़ी ना हुंदी अंदर की, जे पड़दा ना लग्या हुंदा उपर चम दा, ते किसी दियां हड्डियां बाहर दिसन किन्नियां भैड़ियां लगदियां ने। पातशाह जी कहंदे तेरे अंदर पता की है, तेरे अंदर विष्टा असत रकत, तेरे इस चम दे अंदर लपेटिया होया मालक ने तेरे अंदर विष्टा है, गंद है, अस्त हड्डियां हन, ते लहू है। उन्होंने महाराज उस अकाल पुरख ने लपेट दिता, लपेट दिता। ये तो बाहरली चीज़ दसी है ना, बाहरली। ते एक होर बंदे दे अंदर जिहड़ा एक ते ओ बिष्टा गंद नूं कहंदे ना, जिवें आम असीं बिष्टा बोल दिंदे आ। एक जिहड़ी वाशना, क्रोध, अहंकार, लोभ, काम, दुबदा, भरम, निंदिया, झूठ, चुगली, इनू भी विष्टा कहंदे ने, इनू भी विष्टा कहंदे ने। ते महाराज जी कहंदे तू अपने आप नूं बहुत सुंदर बना के रखिया, तेरे अंदर की है, की लपेटिया होया है, ये तू खुद ने देखना, खुद नूं मेरे अंदर की है। उस गंदगी नूं गुरु साहब जी कहंदे मांजना, बाहर कढ़ना। बाणी की पंक्ति पढ़ते हैं सौखी समझ लग जाती। मूत पलीती, देखो शब्द किहड़ा वरते है। उदा ही लफ्ज़ पढ़िए ना, लोग कहणगे किहड़ा सवेरे सवेरे शब्द बोलते हैं। कई कह देंगे ने भी भाई साहब किहड़े शब्द बोलते हैं। मेरे को एक एक शब्द की रिकॉर्डिंग है। मूत शब्द देखो किन्ना बोलन नूं भैड़ा लगता है, पर गुरु ग्रंथ साहब विच लिखिया, मैं थोड़ो कहना। मूत पलीती कपड़े होए, दे साबून, साबुन नहीं साबून, बाबे नूं दुलैंकड़ है। दे साबून लईए ओह धोए, गंदगी वाला कपड़ा साबण नाल धोता जांदा है। ते जेदे अंदर गंदगी होवे, मत विच होवे, दिल विच कह दईए, हिरदे विच कह दईए होवे, वो धोपा नावे के रंग। ये नहीं भी असी बाणी सुन लई, मैं कथा कर दी, मेरे अंदर गंदगी धोती गई। ना 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 ना। हस्पताल गए, चेक कराया, ब्लड दिखाया, उन्हें दवाई दी, घर आ गए तो ठीक हो गए जी। ना ना ना, उसनों रैगूलर, जिवें मैं पहला शुरू च बेनती की, बिना नागा विदाउट ब्रेक उन्होंने खाना पैना। तो फिर जेड़े डॉक्टर ने जे हार्ट का कोई पेशेंट है तो उसनों वो चीज़ां बंद करनियां पैणियां, परहेज रख के दवाई खानी पैनी है, फिर जाके जिहड़ा है अंदर सही होना, सिस्टम सही चलना है, फिर ब्लॉकेज खुलनी है। तो जे केवल कई मैं देख लिया गुरु नूं, महाराज जी कहते डिठे मुक्त ना हो गई। ऐदा तो भाई लोग ग्रंथी लोग रोज़ ही देखते हैं, ध्यान देना। ਇਹਦਾ मतलब काजी मुला पंडित बामन ये तो रोज़ ही कोल रहिंदे ने ग्रंथां दे वेदां दे। ऐदा नहीं, महाराज जी कहते भावें पढ़ थोड़ा मन बहुता, किनका एक जिस जी बसावै ताकि महिमा गणी ना आवे।
ਤੂੰ ਅੰਦਰੋਂ ਪਵਿੱਤਰ ਹੋਣ ਦੇ ਲਈ, ਅੰਦਰੋਂ ਸਾਰਾ ਗੰਦ ਬਾਹਰ ਕੱਢਣ ਦੇ ਲਈ ਕੀ ਕਰਨਾ ਪੈਂਦਾ? ਸੋ ਸਫਾਈ ਕਰਨੀ ਪੈਂਦੀ। ਬਾਣੀ ਵਿੱਚ ਲਿਖਿਆ, ਭਾਂਡਾ ਧੋਏ ਬੈਸ ਧੂਫ ਦੇਵੋ ਤੋ ਦੁੱਧੇ ਕੋ ਜਾਵੋ। ਕੀਮਤੀ ਚੀਜ਼ ਪਾਉਣੀ ਹੈ ਨਾ। ਡਰਾਇੰਗ ਰੂਮ ਦੇ ਵਿੱਚ ਨਵਾਂ ਸੋਫਾ ਲਾਉਣਾ ਕਿਸੇ ਨੇ, ਡਰਾਇੰਗ ਰੂਮ ਦੇ ਵਿੱਚ ਨਵਾਂ ਕੋਈ ਸੈੱਟ ਰੱਖਣਾ ਕਿਸੇ ਨੇ, ਪਹਿਲਾਂ ਕਹਿੰਦਾ ਕਲੀ ਕਰਾਈਏ, ਪਹਿਲਾਂ ਕਹਿੰਦਾ ਟਾਈਲਾਂ ਲਵਾਈਏ, ਪਹਿਲਾਂ ਜਾਲੇ ਕੋਈ ਲਾਏਗਾ ਕਿ ਜਾਲਿਆਂ ਦੇ ਵਿੱਚ ਹੀ ਵਾੜ ਦੇਗਾ ਉਹ ਸੋਫੇ ਨੂੰ। ਮਿੱਟੀ ਕੰਧਾਂ ਤੋਂ ਝੜਦੀ ਹੋਵੇ ਤੇ ਉਹਦੇ ਉੱਤੇ ਸੋਹਣੇ ਕੋਈ ਵੀ ਕੈਲੰਡਰ ਫੋਟੋਆਂ ਲਾ ਦੇਗਾ? ਕਦੀ ਵੀ ਨਹੀਂ। ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ, ਚੰਗੀ ਤਰ੍ਹਾਂ ਸੋਹਣਾ ਕਰੇਗਾ ਕਮਰੇ ਨੂੰ, ਫਿਰ ਉਹਦੇ ਵਿੱਚ ਮਨਪਸੰਦ ਦੀਆਂ ਚੀਜ਼ਾਂ ਲਿਆ ਕੇ ਮਹਿੰਗੀਆਂ ਮਹਿੰਗੀਆਂ ਜਿਹੜੀਆਂ ਸੋਹਣੀਆਂ ਲੱਗਦੀਆਂ ਨੇ ਉਹ ਰੱਖੇਗਾ। ਮਹਾਰਾਜ ਜੀ ਕਹਿੰਦੇ ਸੇਵਾ ਕਰ, ਬਾਣੀ ਸੁਣ ਪੜ੍ਹ, ਇਹਨੂੰ ਆਪਣੇ ਤੇ ਅਜਮਾ ਵੀ, ਆਪਣੇ ਤੇ ਇਹਦਾ ਅਸਰ ਲਿਆ, ਅੰਦਰ ਨੂੰ ਸਾਫ਼ ਕਰ, ਤੇ ਫਿਰ ਤੂੰ ਜਿਹੜੀ ਮਰਜ਼ੀ ਚੀਜ਼ ਚਾਹੇ ਫਿਰ ਇਹਦੇ ਵਿੱਚ ਟਕਾਈ ਜਾਈ। ਕੋਈ ਮਨਾ ਨਹੀਂ ਹੈ, ਮਨਾ ਨਹੀਂ ਹੈ। ਕੋਈ ਭੈੜੀ ਚੀਜ਼ ਹੋਵੇ, ਕੁਰਸੀ ਦੇ ਉੱਪਰ ਕੋਈ ਮਿੱਟੀ ਘੱਟਾ ਲੱਗਾ ਹੋਵੇ ਤੇ ਬੰਦਾ ਹੱਥ ਨਾਲ ਲਾ ਕੇ ਦੇਖਦਾ, ਕਹਿੰਦਾ ਮਿੱਟੀ ਬੜੀ, ਉਹਦੇ 'ਤੇ ਨਹੀਂ ਬਹਿੰਦਾ। ਅਸੀਂ ਜਿਹੜੇ ਹੈ ਨਾ ਕਿਸੇ ਫੰਕਸ਼ਨ 'ਚ ਜਾਈਏ, ਕਿਧਰੇ ਕੋਈ ਚੀਜ਼ ਡਿੱਗੀ ਹੋਵੇ ਕੁਰਸੀ ਦੇ ਉੱਪਰ, ਕੋਈ ਚਟਨੀ ਡਿੱਗੀ ਹੋਵੇ, ਉਹਨੂੰ ਕਹਿ ਬਹਿ ਕੇ ਦਿਖਾ, ਇੰਨੀ ਇੱਕ ਤੁਬਕਾ ਵੀ ਕੋਈ ਵੀ ਨਹੀਂ ਬਹਿੰਦਾ। ਮਾੜੀ ਜਿਹੀ ਕੋਈ ਛਿੱਟਾ ਵੀ ਡਿੱਗਿਆ ਹੋਵੇ ਕਿਸੇ ਚੇਅਰ ਦੇ ਉੱਪਰ ਤੇ ਕੋਈ ਉਹਦੇ 'ਤੇ ਬਹਿੰਦਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਹੈ, ਜਿਸ ਸਰੀਰ ਦੇ ਅੰਦਰ, ਜਿਸ ਕਾਇਆਂ ਦੇ ਅੰਦਰ ਇਤਨਾ ਗੰਦ ਜਾਂ ਮਾੜੀਆਂ ਚੀਜ਼ਾਂ ਹੋਣ, ਅਸੀਂ ਕਹੀਏ ਵੀ ਉੱਥੇ ਆ ਕੇ ਮੇਰਾ ਵਾਹਿਗੁਰੂ, ਮੇਰਾ ਰਾਮ, ਮੇਰਾ ਅੱਲਾ ਬਹਿ ਜਾਏ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਉਸਨੇ ਬੈਠਣਾ ਨਹੀਂ, ਉੱਥੇ ਨਹੀਂ ਉਸਨੇ ਬੈਠਣਾ। ਇਸ ਕਰਕੇ ਸਾਫ਼ ਕਰਨਾ ਪਏਗਾ। ਬਿਸ਼ਟਾ ਅਸਤਰ ਰਕਤ ਪਰੇਟੇ ਚਾਮ, ਇਸ ਉੱਪਰਲੇ ਰੱਖਿਓ ਗੁਮਾਨ। ਸੋ ਮਹਾਰਾਜ ਜੀ ਕਹਿੰਦੇ ਦੇਖੋ ਇਹਦਾ ਹੀ ਹੰਕਾਰ ਕਰੀ ਫਿਰਦਾ ਹੈ। ਏਕ ਵਤ ਬੂਝੇ ਤਾਂ ਹੋਵੇ ਪਾਕ। ਕਹਿੰਦੇ ਜੇ ਤੂੰ ਪਵਿੱਤਰ ਹੋਣਾ ਤੇ ਇੱਕੋ ਹੀ ਚੀਜ਼ ਸਮਝ ਲੈ, ਜੇ ਤੂੰ ਪਵਿੱਤਰ ਹੋਣਾ ਤੇ ਕੇਵਲ ਨਾਮ ਨਾਲ ਸਾਂਝ ਪਾ ਲੈ, ਤੂੰ ਪਵਿੱਤਰ ਹੋ ਜਾਵੇਗਾ। ਬਿਨ ਬੂਝੇ ਸਦਾ ਨਾਪਾਕ। ਨਾਮ ਨੂੰ ਜਪਣ ਤੋਂ ਬਿਨਾਂ, ਨਾਮ ਸਮਝਣ ਤੋਂ ਬਿਨਾਂ ਸਦਾ ਹੀ ਕਹਿੰਦੇ ਤੂੰ ਅਪਵਿੱਤਰ ਰਹੇਗਾ। ਕਹੋ ਨਾਨਕ ਗੁਰ ਕੋ ਕੁਰਬਾਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ, ਮੈਂ ਆਪਣੇ ਗੁਰੂ ਤੋਂ ਬਲਿਹਾਰੇ ਤੇ ਸਦਕੇ ਜਾਂਦਾ ਹਾਂ, ਜਿਸ ਤੇ ਪਾਈਏ ਹਰ ਪੁਰਖ ਸੁਜਾਨ, ਜਿਸ ਦੀ ਕਿਰਪਾ ਦੇ ਨਾਲ ਮੈਂ ਸਭ ਦੇ ਦਿਲਾਂ ਦੇ ਜਾਣਨ ਵਾਲੇ ਰੱਬ ਨੂੰ ਮਿਲ ਸਕਿਆ ਜਾਂ ਮਿਲ ਸਕਦਾ ਹਾਂ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਗੁਰੂ ਸਾਹਿਬ ਨੇ ਮਿਹਰ ਕਿਰਪਾ ਕਰਕੇ ਸੇਵਾ ਲਈ ਹੈ। ਸੋ ਇਤਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੇਖੀਵਾਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।